ਬੱਚਿਓ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪੜਾਂਗੇ ਤੁਹਾਡੀ ਪਾਠ ਪੁਸਤਕ ਦਾ ਲੈਸਨ ਨੰਬਰ 10 ਨਵੀਆਂ ਗੱਲਾਂ। ਇਹ ਨਵੀਆਂ ਗੱਲਾਂ ਉਸ ਬਾਰੇ ਨੇ ਜਿਹੜਾ ਅਸੀਂ ਕਦੇ ਜ਼ਿੰਦਗੀ 'ਚ ਬੈਠ ਕੇ ਕਦੇ ਬੱਸ ਵਿੱਚ ਸਫ਼ਰ ਕਰਦੇ ਹਾਂ ਜਾਂ ਉਸ ਸਫ਼ਰ ਵਿੱਚ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਅਸੀਂ ਦੇਖਦੇ ਹਾਂ ਜਾਂ ਬਾਹਰ ਕੁਝ ਚੀਜ਼ਾਂ ਨੂੰ ਵੇਖਦੇ ਹਾਂ, ਅਸੀਂ ਉਹਨਾਂ ਬਾਰੇ ਸਾਨੂੰ ਜਾਣਕਾਰੀ ਜਿਹੜੀ ਹੈ ਉਹ ਜ਼ਰੂਰ ਪ੍ਰਾਪਤ ਸਾਨੂੰ ਕਰਨੀ ਚਾਹੀਦੀ ਹੈ। ਇਸ ਪਾਠ ਦੇ ਵਿੱਚ ਉਹੀ ਚੀਜ਼ਾਂ ਦੱਸੀਆਂ ਗਈਆਂ ਨੇ ਅਸੀਂ ਕਿ ਬਾਹਰਲੇ ਚੀਜ਼ਾਂ ਬਾਰੇ ਜਾਣਕਾਰੀ ਅਸੀਂ ਕਿਵੇਂ ਪ੍ਰਾਪਤ ਕਰਦੇ ਹਾਂ। ਤੇ ਆਓ ਫਿਰ ਪੜ੍ਹਦੇ ਹਾਂ ਆਪਾਂ ਇਸ ਲੈਸਨ ਨੂੰ। ਨਵੀਆਂ ਗੱਲਾਂ। ਇਹਦੇ ਵਿੱਚ ਇੱਕ ਲੜਕੀ ਹੈ ਜਿਹੜੀ ਭਾਵਨਾ, ਉਹ ਆਪਣੇ ਮਾਤਾ ਪਿਤਾ ਨਾਲ ਗੱਡੀ ਦੇ ਵਿੱਚ ਸਫ਼ਰ ਕਰ ਰਹੀ ਹੈ। ਭਾਵਨਾ, ਉਸਦੀ ਅੰਮੀ ਅਤੇ ਉਸਦੇ ਪਿਤਾ ਬਠਿੰਡੇ ਜਾ ਰਹੇ ਸਨ। ਉੱਥੇ ਭਾਵਨਾ ਦੇ ਚਾਚੇ ਦੇ ਪੁੱਤਰ ਦਾ ਵਿਆਹ ਸੀ। ਭਾਵਨਾ 6ਵੀਂ ਵਿੱਚ ਪੜ੍ਹਦੀ ਸੀ। ਉਹ ਕਈ ਸਾਲਾਂ ਤੋਂ ਦਿੱਲੀ ਤੋਂ ਬਾਹਰ ਨਹੀਂ ਸੀ ਗਈ। ਜਦੋਂ ਬਹੁਤ ਪਹਿਲਾਂ ਗਈ ਸੀ ਤਾਂ ਛੋਟੀ ਜਿਹੀ ਸੀ। ਉਸ ਨੂੰ ਉਸ ਯਾਤਰਾ ਦਾ ਕੁਝ ਵੀ ਯਾਦ ਨਹੀਂ, ਕਿਉਂਕਿ ਉਹ ਸਫ਼ਰ ਕਰਨ ਦੀ ਗੱਲ ਕਰ ਰਹੇ ਨੇ। ਗੱਡੀ ਨੇ 3 ਵਜੇ ਦਿੱਲੀ ਜੰਕਸ਼ਨ ਤੋਂ ਚੱਲ ਕੇ 8 ਵਜੇ ਬਠਿੰਡੇ ਤੱਕ ਪੁੱਜਣਾ ਸੀ। ਉਹਨਾਂ ਨੇ ਗੱਡੀ ਵਿੱਚ ਬੈਠ ਕੇ ਸਭ ਤੋਂ ਪਹਿਲਾਂ ਖਿੜਕੀਆਂ ਕੋਲ ਬੈਠਣ ਦੀਆਂ ਥਾਵਾਂ ਲੈ ਲਈਆਂ। ਗੱਡੀ ਤੁਰਨ ਵੇਲੇ ਤੱਕ ਭੀੜ ਹੋ ਗਈ ਸੀ, ਪਰ ਉਹ ਵੇਲੇ ਸਿਰ ਆਏ ਹੋਣ ਕਰਕੇ ਆਰਾਮ ਨਾਲ ਬੈਠੇ ਹੋਏ ਸਨ। ਇਹ ਗੱਡੀ ਦੇ ਵਿੱਚ ਉਹਨਾਂ ਦਾ ਜ਼ਿਕਰ ਦੱਸਿਆ ਗਿਆ ਕਿ ਉਹ ਗੱਡੀ ਵਿੱਚ ਆ ਕੇ ਪਹਿਲਾਂ ਹੀ ਬੈਠ ਗਏ, ਬਾਅਦ ਵਿੱਚ ਭੀੜ ਉੱਥੇ ਵੱਧ ਗਈ। ਨਾਵਲ ਬੈਗ ਵਿੱਚ ਹੈ, ਟੋਕਰੀ ਵਿੱਚ। ਪਿਤਾ ਜੀ ਨੇ ਖੜੇ ਹੁੰਦਿਆਂ ਭਾਵਨਾ ਦੀ ਅੰਮੀ ਤੋਂ ਪੁੱਛਿਆ। ਨਾਵਲ ਪੜ੍ਹਨ ਵਾਲੀ ਕਿਤਾਬ ਹੁੰਦੀ ਹੈ। ਟੋਕਰੀ ਵਿੱਚ ਹੈ, ਮੇਰੀਆਂ ਕਹਾਣੀਆਂ ਦੀ ਪੁਸਤਕ ਵੀ ਕੱਢ ਦਿਓ। ਅੰਮੀ ਤੋਂ ਪਹਿਲਾਂ ਭਾਵਨਾ ਬੋਲ ਪਈ। ਤੇਰੀ ਪੁਸਤਕ ਤਾਂ ਬੈਗ ਵਿੱਚ ਪਈ ਹੀ ਨਹੀਂ, ਅੰਮੀ ਨੇ ਕਿਹਾ। ਪਿਤਾ ਜੀ, ਨਾਵਲ ਦੇਖ ਕੇ ਮੈਂ ਆਪ ਪਾ ਦਿੱਤੀ ਸੀ। ਭਾਵਨਾ ਨੇ ਆਪਣੀ ਹੁਸ਼ਿਆਰੀ ਉਸ ਉੱਤੇ ਖੁਸ਼ ਹੋ ਕੇ ਦੱਸਿਆ। ਉਹਨੇ ਦੱਸਿਆ ਕਿ ਮੈਂ ਆਪਣੀ ਕਿਤਾਬ ਆਪ ਹੀ ਪਾ ਦਿੱਤੀ ਨਾਵਲ ਨੂੰ ਦੇਖ ਕੇ। ਮੈਨੂੰ ਉੱਨ ਅਤੇ ਸਲਾਈਆਂ ਫੜਾ ਦਿਓ, ਅੰਮੀ ਬੋਲੀ। ਪਿਤਾ ਜੀ ਨੇ ਇੱਕ ਪਲ ਕੁਝ ਸੋਚਿਆ ਤੇ ਫਿਰ ਉਹਨਾਂ ਨੇ ਅੰਮੀ ਨੂੰ ਅੱਧਾ ਬੁਣਿਆ ਸਵੈਟਰ ਤਾਂ ਫੜਾ ਦਿੱਤਾ, ਪਰ ਪੁਸਤਕਾਂ ਨਾ ਕੱਢੀਆਂ। ਨਾ ਆਪਣੀ ਪੁਸਤਕ, ਨਾ ਭਾਵਨਾ ਦੀ। ਉਹ ਭਾਵਨਾ ਕੋਲ ਬੈਠ ਗਏ ਅਤੇ ਬੋਲੇ, ਪੁਸਤਕਾਂ ਫੇਰ ਪੜ੍ਹਾਂਗੇ, ਪਹਿਲਾਂ ਬਾਹਰ ਦਾ ਨਜ਼ਾਰਾ ਵੇਖੋ। ਭਾਵ ਉਹਨਾਂ ਨੇ ਸੋਚਿਆ ਕਿ ਬੱਚੇ ਨੇ ਪੜ੍ਹਨ ਦੀ ਗੱਲ ਕੀਤੀ ਹੈ, ਪਰ ਨਹੀਂ ਪੜ੍ਹਨਾ, ਪਰ ਉਹਨਾਂ ਨੂੰ ਬਾਹਰ ਦੀਆਂ ਗੱਲਾਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਜਦੋਂ ਭਾਵਨਾ ਨੇ ਬਾਹਰ ਵੇਖਿਆ ਤਾਂ ਸਭ ਤੋਂ ਪਹਿਲਾਂ ਉਸਦੀ ਨਜ਼ਰ ਤਾਰਾਂ ਉੱਤੇ ਪਈ। ਪਟੜੀ ਦੇ ਨਾਲ ਨਾਲ ਟੈਲੀਫੋਨ ਦੀਆਂ ਤਾਰਾਂ ਲੱਗੀਆਂ ਹੋਈਆਂ ਸਨ। ਗੱਡੀ ਤੇਜ਼ ਚੱਲ ਰਹੀ ਸੀ। ਖੰਭਿਆਂ ਦੇ ਵਿਚਕਾਰ ਤਾਰਾਂ ਢਿੱਲੀਆਂ ਲਟਕ ਰਹੀਆਂ ਸਨ। ਉਹ ਖੰਭਿਆਂ ਕੋਲ ਜਾਂ ਇੱਕਦਮ ਉੱਚੀਆਂ ਹੋ ਜਾਂਦੀਆਂ, ਪਰ ਛੇਤੀ ਹੀ ਫਿਰ ਲਟਕ ਜਾਂਦੀਆਂ। ਤਾਰਾਂ ਠੀਕ ਤਰ੍ਹਾਂ ਕੱਸੀਆਂ ਵੀ ਨਹੀਂ ਸਨ। ਕਿਸੇ ਨੇ ਭਾਵਨਾ ਦੇ ਪਿਤਾ ਜੀ ਕੋਲ ਸ਼ਿਕਾਇਤ ਕੀਤੀ। ਨਹੀਂ ਪੁੱਤਰ, ਇਹ ਜਾਣਬੁੱਝ ਕੇ ਢਿੱਲੀਆਂ ਨਹੀਂ ਛੱਡੀਆਂ ਗਈਆਂ ਸਨ, ਪਿਤਾ ਜੀ ਨੇ ਦੱਸਿਆ। ਕਿਉਂ? ਭਾਵਨਾ ਹੈਰਾਨ ਹੋਈ। ਕਿਉਂਕਿ ਤੁਸੀਂ ਆਮ ਜਦੋਂ ਵੇਖਦੇ ਹੋ, ਉਹ ਜਦੋਂ ਤਾਰਾਂ ਨੂੰ ਅਸੀਂ ਵੇਖਦੇ ਹਾਂ ਗੱਡੀ 'ਚ ਬਹਿ ਕੇ, ਤਾਂ ਉਹ ਇੱਦਾਂ ਜਾਂਦੀਆਂ ਨੇ, ਹੈ ਨਾ। ਤਾਂ ਉਹਦਾ ਕਾਰਨ ਉਹਨੇ ਪੁੱਛਿਆ ਵੀ ਪਿਤਾ ਜੀ, ਇਹਨਾਂ ਦੀ ਢਿੱਲੀਆਂ ਤਾਰਾਂ ਪਈਆਂ ਨੇ, ਇਹਨਾਂ ਨਾਲ ਕੋਈ ਬੰਦੇ ਨੂੰ ਪ੍ਰੋਬਲਮ ਵੀ ਆ ਸਕਦੀ ਹੈ, ਪਰ ਇਹਨਾਂ ਦੀ ਸ਼ਿਕਾਇਤ ਕਿਸੇ ਨੂੰ ਕਿਉਂ ਨਹੀਂ ਕੀਤੀ ਗਈ। ਤਾਂ ਉਹਦੇ ਪਿਤਾ ਜੀ ਨੇ ਫਿਰ ਉਹਨੂੰ ਦੱਸਿਆ ਉਸ ਤਾਰਾਂ ਦੇ ਬਾਰੇ ਵੀ ਭਾਈ ਇਹ ਤਾਰਾਂ ਕਿਉਂ ਢਿੱਲੀਆਂ ਛੱਡੀਆਂ ਗਈਆਂ ਨੇ, ਠੀਕ ਹੈ ਨਾ। ਉਹਨੇ ਫਿਰ ਪਿਤਾ ਉਹਨੂੰ ਦੱਸਦਾ। ਉਹਨੇ ਕਿਹਾ ਵੀ ਇਹਨਾਂ ਦੀ ਸ਼ਿਕਾਇਤ ਨਹੀਂ ਕੀਤੀ ਗਈ, ਠੀਕ ਹੈ ਜੀ। ਤਾਂ ਪਿਤਾ ਕਹਿੰਦਾ ਨਹੀਂ। ਤਾਂ ਭਾਵਨਾ ਨੇ ਕਹਿੰਦੇ ਕਿਉਂ? ਤੂੰ ਉਹਨੇ ਦੱਸਿਆ ਕਿ ਤੂੰ ਸਧਾਰਨ ਵਿਗਿਆਨ ਵਿੱਚ ਪੜ੍ਹਿਆ, ਭਾਵ ਅਸੀਂ ਸਾਇੰਸ ਵਿੱਚ ਪੜ੍ਹਦੇ ਹਾਂ ਕਿ ਚੀਜ਼ਾਂ ਗਰਮ ਹੋ ਕੇ ਫੈਲਦੀਆਂ ਨੇ ਅਤੇ ਠੰਡੀਆਂ ਹੋ ਕੇ ਸੁੰਗੜ ਜਾਂਦੀਆਂ ਨੇ। ਜੇ ਇਹ ਪੂਰੀਆਂ ਕਸੀਆਂ ਹੋਣ ਤਾਂ ਸਿਆਲਾਂ ਵਿੱਚ ਸੁੰਗੜ ਕੇ ਟੁੱਟ ਸਿਆਲ ਭਾਵ ਠੰਡ ਟੁੱਟ ਸਕਦੀਆਂ ਨੇ, ਪਿਤਾ ਜੀ ਨੇ ਸਮਝਾਇਆ। ਇੰਨੇ ਨੂੰ ਭਾਵਨਾ ਦਾ ਧਿਆਨ ਇੱਕ ਖੇਤ ਵਿੱਚ ਕੁਝ ਕਰ ਰਹੀਆਂ ਔਰਤਾਂ ਵੱਲ ਚਲਾ ਗਿਆ। ਉਹਨਾਂ ਨੇ ਆਪਣੀਆਂ ਪਿੱਠਾਂ ਉੱਤੇ ਚਾਦਰਾਂ ਦੀਆਂ ਝੋਲੀਆਂ ਬੰਨੀਆਂ ਹੋਈਆਂ ਸਨ। ਉਹ ਬੂਟਿਆਂ ਤੋਂ ਕੁਝ ਤੋੜ ਕੇ ਝੋਲੀਆਂ ਵਿੱਚ ਪਾ ਰਹੀਆਂ ਸਨ। ਪਿਤਾ ਜੀ ਨੇ ਦੱਸਿਆ ਕਿ ਉਹ ਕਪਾਹ ਦਾ ਖੇਤ ਹੈ। ਔਰਤਾਂ ਖਿੜੀ ਹੋਈ ਕਪਾਹ ਚੁਗ ਰਹੀਆਂ ਹਨ। ਅੰਮੀ ਨੇ ਦੱਸਿਆ ਕਿ ਕਪਾਹ ਤੋਂ ਸੂਤੀ ਕੱਪੜਾ ਬਣਾਇਆ ਜਾਂਦਾ ਹੈ। ਜਿਹੜਾ ਅਸੀਂ ਕੱਪੜਾ ਪਾਉਂਦੇ ਹਾਂ ਉਹ ਕਪਾਹ ਤੋਂ ਹੀ ਬਣਦਾ। ਅੰਮੀ ਦੀ ਗੱਲ ਜੇ ਮਸਾਂ ਪੂਰੀ ਹੋਈ ਸੀ ਕਿ ਭਾਵਨਾ ਬੋਲ ਪਈ, ਉਹ ਕੋਈ ਕੀ ਕਰ ਰਿਹਾ ਹੈ? ਇੱਕ ਕਿਸਾਨ ਖਾਲੀ ਖੇਤ ਵਿੱਚ ਹਲ ਵਾਹ ਰਿਹਾ ਸੀ। 2 ਬਲਦਾਂ ਹਲ ਦੇ ਅੱਗੇ ਜੁੜੇ ਹੋਏ ਸਨ। ਪਿਤਾ ਜੀ ਨੇ ਸਮਝਾਉਂਦਿਆਂ ਕਿਹਾ, ਕਿਸਾਨ ਹਾੜੀ ਦੀ ਫਸਲ ਬੀਜਣ ਲਈ ਜ਼ਮੀਨ ਤਿਆਰ ਕਰ ਰਿਹਾ ਹੈ। ਹਾੜੀ ਦੀ ਫਸਲ ਕੀ ਹੁੰਦੀ ਹੈ? ਭਾਵਨਾ ਨੇ ਪੁੱਛਿਆ ਵੀ ਹਾੜੀ ਦੀ ਫਸਲ ਕਿਵੇਂ ਹੁੰਦੀ ਹੈ। ਜਦੋਂ ਇੱਕ ਦੇਸੀ ਮਹੀਨਿਆਂ ਦੇ ਮੁਤਾਬਕ ਹਾੜ ਦਾ ਇੱਕ ਮਹੀਨਾ ਹੁੰਦਾ ਜਿਹੜਾ ਜੂਨ 15 ਤੋਂ ਸ਼ੁਰੂ ਹੋ ਕੇ 15 ਜੁਲਾਈ ਤੱਕ ਚੱਲਦਾ। ਹਾੜੀ ਦੀ ਫਸਲ ਕੀ ਹੁੰਦੀ ਹੈ? ਭਾਵਨਾ ਨੇ ਪੁੱਛਿਆ। ਜਿਨ੍ਹਾਂ ਫਸਲਾਂ ਨੂੰ ਸਿਆਲ ਚੜ੍ਹਨ ਤੋਂ ਮਗਰੋਂ ਬੀਜਿਆ ਜਾਂਦਾ ਹੈ ਅਤੇ ਹਾੜ ਚੜ੍ਹਦਿਆਂ ਵੱਢਿਆ ਜਾਂਦਾ ਹੈ, ਉਹਨਾਂ ਨੂੰ ਹਾੜੀ ਦੀਆਂ ਫਸਲਾਂ ਆਖਦੇ ਨੇ, ਪਿਤਾ ਜੀ ਨੇ ਦੱਸਿਆ। ਤੇ ਕਪਾਹ, ਭਾਵਨਾ ਨੇ ਇੱਕ ਹੋਰ ਫਸਲ ਦਾ ਨਾਂ ਲਿਆ। ਨਹੀਂ, ਕਪਾਹ ਨਹੀਂ, ਇਹ ਸਾਉਣੀ ਦੀ ਫਸਲ ਹੈ। ਜੋ ਫਸਲਾਂ ਗਰਮੀ ਵਿੱਚ ਬੀਜ ਕੇ ਸਰਦੀਆਂ ਦੇ ਵਿੱਚ ਸ਼ੁਰੂ ਹੁੰਦੀਆਂ ਹਨ, ਉਹ ਸਾਉਣ ਦੀਆਂ ਫਸਲਾਂ ਹੁੰਦੀਆਂ ਹਨ, ਪਿਤਾ ਜੀ ਬੋਲੇ।
ਭਾਵਨਾ ਇੱਕਦਮ ਹੱਸ ਕੇ ਆਖਣ ਲੱਗੀ, ਉਹ ਦੇਖੋ ਪਿਤਾ ਜੀ, ਇੱਕ ਕਾਂ ਗੱਡੀ ਨਾਲ ਦੌੜ ਲਾ ਰਿਹਾ ਹੈ। ਕਿਉਂਕਿ ਕਾਂ ਉੜਦਾ ਉੜਦਾ ਦੇਖਿਆ ਨਾ ਵੀ ਐ ਬੜੀ ਸਪੀਡ ਨਾਲ ਐਵੇਂ ਆਉਂਦੇ ਆ। ਸਾਰੇ ਰਾਹ ਭਾਵਨਾ ਬਾਹਰ ਕੁਦਰਤ ਵੱਲ, ਖੇਤਾਂ ਵੱਲ, ਖੁੱਲੇ ਅੰਬਰ ਵੱਲ ਦੇਖਦੀ ਗਈ। ਉਹ ਲਗਾਤਾਰ ਕੁਝ ਨਾ ਕੁਝ ਬੋਲ ਰਹੀ ਸੀ। ਉਹ ਭਾਂਤ-ਭਾਂਤ ਦੇ ਸਵਾਲ ਪੁੱਛ ਰਹੀ ਸੀ। ਪਿਤਾ ਜੀ, ਅੰਮੀ ਉਸ ਦੁਆਰਾ ਪੁੱਛੇ ਜਾ ਰਹੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਹਦਾ ਸੂਰਜ ਛਿਪ ਰਿਹਾ ਸੀ। ਛਿਪਦਾ ਹੋਇਆ ਸੂਰਜ ਗੂੜਾ ਗੁਲਾਬੀ ਰੰਗ ਦਾ ਹੋ ਗਿਆ ਸੀ। ਐਨੇ ਨੂੰ ਪੰਛੀਆਂ ਦੀਆਂ ਡਾਰਾਂ ਦਿਖਾਈ ਦੇਣ ਲੱਗੀਆਂ। ਕਾਂ, ਘੁੱਗੀਆਂ, ਤੋਤੇ ਅਤੇ ਕਬੂਤਰ ਟੋਲੀਆਂ ਬਣਾ ਕੇ ਉੱਡ ਰਹੇ ਸਨ। ਇਹ ਇੰਨੇ ਕਿੱਥੋਂ ਆ ਗਏ? ਭਾਵਨਾ ਨੇ ਪੰਛੀਆਂ ਦੀ ਡਾਰਾਂ ਵੱਲ ਦੇਖ ਕੇ ਪੁੱਛਿਆ। ਇਹ ਆਪਣੇ ਆਪਣੇ ਘਰਾਂ ਨੂੰ ਪਰਤ ਰਹੇ ਨੇ, ਪਿਤਾ ਜੀ ਨੇ ਦੱਸਿਆ। ਕਿੱਥੇ ਨੇ ਇਹਨਾਂ ਦੇ ਘਰ? ਭਾਵਨਾ ਪੰਛੀਆਂ ਦੇ ਘਰਾਂ ਦੀ ਗੱਲ ਸੁਣ ਕੇ ਸੋਚੀ ਪੈ ਗਈ। ਇਹਨਾਂ ਦੇ ਆਪਣੇ ਆਪਣੇ ਆਲ੍ਹਣੇ, ਦਰਖਤਾਂ ਦੀਆਂ ਟਾਹਣੀਆਂ ਜਾਂ ਰਹਿਣ ਦੇ ਹੋਰ ਟਿਕਾਣੇ ਇਹਨਾਂ ਦੇ ਘਰ ਹੀ ਹਨ, ਪਿਤਾ ਜੀ ਨੇ ਦੱਸਿਆ। ਸੂਰਜ ਛਿਪ ਗਿਆ ਸੀ। ਬਾਹਰ ਹਨੇਰਾ ਹੋ ਚੱਲਿਆ ਸੀ। ਬਠਿੰਡਾ ਵੀ ਨੇੜੇ ਆ ਗਿਆ ਸੀ। ਅੰਮੀ ਨੇ ਖੜੀ ਹੋ ਕੇ ਸਵੈਟਰ ਟੋਕਰੀ ਵਿੱਚ ਸੰਭਾਲ ਦਿੱਤਾ। ਸੀਟ ਉੱਤੇ ਬੈਠ ਕੇ ਉਹਨਾਂ ਭਾਵਨਾ ਨੂੰ ਬੁੱਕਲ ਵਿੱਚ ਲੈ ਲਿਆ ਅਤੇ ਪੁੱਛਿਆ, ਕਿਹੋ ਜਿਹੀ ਲੱਗੀ ਪੁਸਤਕ ਜੋ ਤੂੰ ਅੱਜ ਰੇਲ ਗੱਡੀ ਵਿੱਚ ਪੜ੍ਹੀ ਹੈ? ਤੁਹਾਡਾ ਸਵੈਟਰ ਬੁਣਦਿਆਂ ਦਾ ਧਿਆਨ ਹੀ ਨਹੀਂ ਰਿਹਾ। ਮੈਂ ਤਾਂ ਗੱਲਾਂ ਹੀ ਕੀਤੀਆਂ, ਪੁਸਤਕ ਤਾਂ ਪੜ੍ਹੀ ਹੀ ਨਹੀਂ, ਭਾਵਨਾ ਨੇ ਉੱਤਰ ਦਿੱਤਾ। ਉਹ ਆਪਣੀ ਜਾਂਚ ਉਹਨੇ ਕਿਤਾਬ ਤਾਂ ਪੜ੍ਹੀ ਨਹੀਂ, ਉਹ ਦੂਜੀ ਕਿਤਾਬ ਦੀ ਗੱਲ ਕਰਦੀ ਹੈ। ਨਹੀਂ ਪੁੱਤਰ, ਤੂੰ ਸਾਰੇ ਰਾਹ ਪੁਸਤਕ ਹੀ ਪੜ੍ਹੀ ਹੈ। ਕੁਦਰਤ ਇੱਕ ਵਿਸ਼ਾਲ ਪੁਸਤਕ ਹੈ, ਗਿਆਨ ਦਾ ਭੰਡਾਰ। ਪਿਤਾ ਜੀ ਨੇ ਭਾਵਨਾ ਦੇ ਸਿਰ ਤੇ ਹੱਥ ਫੇਰਿਆ। ਜਿੰਨੀਆਂ ਗੱਲਾਂ ਮਨੁੱਖ ਕੁਦਰਤ ਦੀ ਪੁਸਤਕ ਵਿੱਚ ਸਿੱਖ ਸਕਦਾ ਹੈ, ਉਹ ਹੋਰ ਕਿਸੇ ਪੁਸਤਕ 'ਚੋਂ ਨਹੀਂ ਸਿੱਖ ਸਕਦਾ, ਅੰਮੀ ਨੇ ਸਮਝਾਇਆ। ਹਾਂ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਂ ਤਾਂ ਅੱਜ ਬਹੁਤ ਸਾਰੀਆਂ ਨਵੀਆਂ ਗੱਲਾਂ ਸਿੱਖ ਲਈਆਂ ਹਨ। ਭਾਵਨਾ ਉਤਸ਼ਾਹ ਨਾਲ ਇੱਥੇ ਇਸ ਤਰੀਕੇ ਨਾਲ ਉਹਨੇ ਬਹੁਤ ਜਿਹੜੀਆਂ ਗੱਲਾਂ ਇਸ ਸਫ਼ਰ ਦੇ ਦੌਰਾਨ ਵਿੱਚ ਸਿੱਖ ਲਈਆਂ ਅਤੇ ਨਵੀਆਂ ਗੱਲਾਂ ਦੇ ਨਾਲ ਉਹਨੇ ਆਪਣੀ ਇੱਕ ਨਵੀਂ ਪੁਸਤਕ ਪੜ੍ਹ ਲਈ। ਇਹ ਸੀ ਸਾਡਾ ਲੈਸਨ, ਨਵੀਆਂ ਗੱਲਾਂ। ਸਤਿ ਸ਼੍ਰੀ ਅਕਾਲ, ਧੰਨਵਾਦ।